ਖੂਨ ਹੀ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਜਦੋਂ ਮੈਨੂੰ ਉਹ ਪੀਜੀਆਈ ਲੈ ਗਏ ਜੀ, ਫਿਰ ਉੱਥੇ ਮੇਰਾ ਜੋੜ ਕੱਢਣਾ ਪੈ ਗਿਆ। ਉਹ ਡਾਕਟਰ ਕਹਿੰਦੇ ਵੀ ਜੇ ਤੇਰੀ ਮਤਲਬ ਇੱਥੋਂ ਵੱਧ ਬਚਾਤੀ ਇਹ ਇਨਫੈਕਸ਼ਨ ਹੋ ਕੇ ਕੋਈ ਪ੍ਰੋਬਲਮ ਨਾ ਤੈਨੂੰ ਆ ਜਾਏ। ਫਿਰ ਵੀ ਮੈਂ 2-4 ਮਹੀਨੇ ਮਤਲਬ ਰਿਹਾ, ਘਰੇ ਰੈਸਟ ਕੀਤੀ ਅਤੇ ਫਿਰ ਹੌਲੀ ਹੌਲੀ ਗਰਾਊਂਡ ਜਾ ਕੇ ਤੁਰਨਾ ਸ਼ੁਰੂ ਕੀਤਾ, ਫਿਰ ਹੌਲੀ ਹੌਲੀ ਜੋਗਿੰਗ ਸ਼ੁਰੂ ਕੀਤੀ। ਤੇ ਉਹ ਸਾਰੇ ਪਤਾ ਲੈਣ ਆਏ ਤੇ ਉਹਨਾਂ ਨੇ ਇੱਕ ਅਲੱਗ ਗੱਲ ਕਹੀ। ਉਹ ਸਾਰੇ ਆ ਕੇ ਕਹਿੰਦੇ ਤੇ ਵੀ ਤੇਰਾ ਕੀ ਬਣੂਗਾ ਯਾਰ, ਬਹੁਤ ਔਖਾ ਹੋ ਗਿਆ ਤੈਨੂੰ ਤਾਂ, ਹੈ ਨਾ ਜੀ। ਅਤੇ ਸਰ ਜਿਹੜਾ ਉਹ ਪੜ੍ਹਿਆ ਲਿਖਿਆ ਬੰਦਾ ਸੀ ਉਹ ਇੱਕ ਅਲੱਗ ਗੱਲ ਕਹਿ ਕੇ ਗਿਆ, ਕਹਿੰਦਾ ਜੋ ਤੂੰ ਕਰੇਂਗਾ ਉਹ ਅਸੀਂ ਨਹੀਂ ਕਰ ਸਕਦੇ। ਅਤੇ ਪਹਿਲਾਂ ਜਦੋਂ ਮੈਂ ਭੱਜਣਾ ਸ਼ੁਰੂ ਕੀਤਾ ਮੇਰਾ ਬੈਲੈਂਸ ਹੀ ਨਹੀਂ ਸੀ, ਮੈਂ ਹਿੱਲ ਜਾਂਦਾ ਸੀ ਸਰ। ਜੇ ਮੇਰੇ ਭੱਜੇ ਜਾਂਦੇ ਤੇ ਕੋਈ ਅੱਗੇ ਆ ਗਿਆ, ਮੈਂ ਗਿਰਨ ਵਾਲਾ ਵੀ ਮੇਰਾ ਖਤਰਾ ਹੁੰਦਾ ਸੀ, ਮੈਂ ਬਹੁਤ ਜ਼ਿਆਦਾ ਹਿੱਲ ਜਾਂਦਾ ਸੀ। ਅਤੇ ਹੁਣ ਮੇਰਾ ਬੈਲੈਂਸ ਬਣ ਗਿਆ, ਪਾਵਰ ਪੈ ਗਈ ਸਰੀਰ 'ਚ। ਬਹੁਤ ਦੁੱਖ ਕੱਟੇ ਇਹਦੇ ਬਾਰੇ, ਹੁਣ ਵੀ ਦੇਖੀ ਜਾਂਦੇ ਇਹਦੇ ਕਨੀ ਵੀ ਇੱਕ ਮੁੰਡਾ ਸੀ, ਮੇਰੇ ਤਾਂ 2 ਕੁੜੀਆਂ ਨੇ। ਹੁਣ ਰੱਬ ਦੀ ਮਰਜ਼ੀ ਹੈ। ਪੈਸੇ ਕਰਜ਼ੇ ਤੇ ਲਿੱਤੇ ਜਾਂ ਕੋਈ ਜ਼ਮੀਨ ਵੇਚੀ, ਘਰ ਵੇਚਿਆ, ਕਿਸ ਤਰ੍ਹਾਂ ਕੀਤਾ ਜੀ? ਘਰੇ ਆ ਵੀਰੇ ਸਾਡੇ ਤਾਂ ਗਰੀਬਾਂ ਦੇ ਜ਼ਮੀਨ ਤਾਂ ਕਿਹੜੀ ਦੇ, ਬਸ ਅਸੀਂ ਲਏ ਵੀਰੇ ਧਾਰੇ ਨਗਦਾ ਵਿਆਜ ਤੇ ਵੀ ਲਏ, ਫਿਰ ਇਲਾਜ ਕਰਾਇਆ ਮੁੰਡੇ ਦਾ, ਕੋਈ ਟੂਮ ਟਾਕੀ ਦੀ ਘਰੇ ਉਹ ਵੀ ਵੇਚੀ ਫਿਰ ਸਾਨੇ ਮੌਕੇ ਤੇ। ਕਹਿੰਦੇ ਮਨਸੂਬੇ ਹੁਣ ਮਜ਼ਬੂਤ ਆ, ਬੰਦਾ ਕਰ ਕੀ ਨਹੀਂ ਸਕਦਾ, ਬੂੰਦ ਬੂੰਦ ਨਾਲ ਬੰਦਾ ਸਾਗਰ ਭਰ ਸਕਦਾ। ਅਜੇ ਇੱਕ ਕਹਾਣੀ ਤੁਹਾਨੂੰ ਦਿਖਾਵਾਂਗੇ ਅੱਜ ਸੰਗਰੂਰ ਦੇ ਸੰਗਤਪੁਰਾ ਪਿੰਡ ਦੀ, ਜਿੱਥੇ ਦਾ ਨੌਜਵਾਨ ਸੀ ਪਵਿੱਤਰ, ਜਿਹਦੀ BSF ਦੇ ਵਿੱਚ ਸਿਲੈਕਸ਼ਨ ਹੋਈ, ਪਰ ਉਸਦੇ ਨੌਜਵਾਨ ਦੇ ਨਾਲ ਇੱਕ ਇਹੋ ਜਿਹੀ ਦੁਰਘਟਨਾ ਹੋਈ ਕਿ ਜਿਸ ਨੇ ਉਹਦੀ ਜ਼ਿੰਦਗੀ ਤਬਾਹ ਕੀਤੀ। ਪਰ ਉਸ ਤੋਂ ਬਾਅਦ ਵੀ ਉਸ ਨੌਜਵਾਨ ਨੇ ਆਪਣਾ ਹੌਸਲਾ ਨਹੀਂ ਹਾਰਿਆ। BSF ਸਿਲੈਕਸ਼ਨ ਹੋਈ ਤੇ ਇੱਕ ਐਕਸੀਡੈਂਟ ਦੇ ਦੌਰਾਨ ਉਸਦੀ ਬਾਂਹ ਕੱਟ ਗਈ, ਜਿਸ ਤੋਂ ਬਾਅਦ ਉਸ ਨੂੰ BSF ਵਾਲਿਆਂ ਨੇ ਰਿਜੈਕਟ ਕਰ ਦਿੱਤਾ। ਪਰ ਉਸ ਐਕਸੀਡੈਂਟ ਦਾ ਉਸ ਨੌਜਵਾਨ ਦੇ ਦਿਲ ਤੱਕ ਅਜਿਹਾ ਅਸਰ ਕੀਤਾ ਕਿ ਉਸ ਨੌਜਵਾਨ ਦੇ ਜਿਹੜੇ ਹੌਸਲੇ ਹੋਰ ਮਜ਼ਬੂਤ ਹੋਏ। ਉਸ ਨੌਜਵਾਨ ਨੇ ਹੌਸਲਾ ਨਹੀਂ ਹਾਰਿਆ ਤੇ ਜਿਹੜੀ ਆਪਣੀ ਐਥਲੈਟਿਕ ਹੈ ਗੇਮ ਉਹ ਸ਼ੁਰੂ ਕੀਤੀ, ਜਿਸ ਤੋਂ ਬਾਅਦ ਉਹਨੇ ਨੌਜਵਾਨ ਨੇ ਉਸ ਗੇਮ ਦੇ ਵਿੱਚ ਕਈ ਤਾਂ 골ਡ ਮੈਡਲ ਹਾਸਿਲ ਕੀਤੇ। ਅੱਜ ਅਸੀਂ ਖੜੇ ਹਾਂ ਉਸ ਪਵਿੱਤਰ ਦੇ ਪਿੰਡ ਦੇ ਵਿੱਚ। ਇਹ ਉਸ ਪਵਿੱਤਰ ਦਾ ਘਰ ਹੈ ਜਿਸ ਦੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ, ਜਿਸ ਦੀ 2015 ਵਿੱਚ BSF ਦੇ ਵਿੱਚ ਸਿਲੈਕਸ਼ਨ ਹੋਈ ਸੀ, ਪਰ 2016 ਦੇ ਵਿੱਚ ਇੱਕ ਦੁਰਘਟਨਾ ਦੌਰਾਨ ਉਸਦੀ ਬਾਂਹ ਕੱਟ ਗਈ ਤੇ ਜਿਸ ਤੋਂ ਬਾਅਦ BSF ਵਾਲਿਆਂ ਨੇ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ। ਉਸ ਨੌਜਵਾਨ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਹੋਏ ਕਿ ਉਸ ਨੌਜਵਾਨ ਨੇ ਦੌੜਨਾ ਸ਼ੁਰੂ ਕੀਤਾ, ਇੱਕ ਬਾਂਹ ਦੇ ਨਾਲ ਦੌੜਿਆ ਤੇ ਕਈ ਤਰ੍ਹਾਂ ਦੇ 골ਡ ਮੈਡਲ ਵੀ ਹਾਸਿਲ ਕੀਤੇ। ਦਲਿਤ ਪਰਿਵਾਰ ਦਾ ਨੌਜਵਾਨ ਹੈ ਇਹ, ਸੰਗਰੂਰ ਦੇ ਪਿੰਡ ਸੰਗਤਪੁਰਾ ਦਾ, ਜਿਸ ਨੇ ਆਪਣੇ ਹੌਸਲੇ ਬੁਲੰਦ ਕੀਤੇ। ਹਾਲਾਂਕਿ ਇਸ ਨੌਜਵਾਨ ਦੇ ਜਿਹੜੀ BSF ਦੇ ਵਿੱਚ ਸਿਲੈਕਸ਼ਨ ਹੋ ਚੁੱਕੀ ਸੀ, ਪਰ ਉਸ ਦੇ ਬਾਵਜੂਦ ਵੀ ਜਿਹੜਾ ਇਸ ਨੂੰ ਐਕਸੀਡੈਂਟ ਕਾਰਨ ਨਹੀਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਇਹਨੇ ਹੌਸਲੇ ਆਪਣੇ ਇਸ ਤਰ੍ਹਾਂ ਬੁਲੰਦ ਕੀਤੇ ਕਿ ਐਥਲੈਟਿਕ ਦੇ ਵਿੱਚ 골ਡ ਮੈਡਲ ਹਾਸਿਲ ਕੀਤੇ। ਪਰ ਸਮੇਂ-ਸਮੇਂ ਦੇ ਸਰਕਾਰਾਂ ਵੱਲੋਂ ਇਸ ਨੌਜਵਾਨ ਦੀ ਕਿਸੇ ਨੇ ਕੋਈ ਵੀ ਸਹਾਰਾ ਜਿਹੜੀ ਨਹੀਂ ਲਈ ਗਈ। ਸਾਡਾ ਪਵਿੱਤਰ ਇਹਦੇ ਨਾਲ ਗੱਲ ਕਰਦੇ ਹਾਂ। ਪਵਿੱਤਰ, ਕਦੋਂ ਤੁਹਾਡੀ ਸਿਲੈਕਸ਼ਨ ਹੋਈ ਸੀ, ਕਦੋਂ ਤੁਹਾਡਾ ਮੈਡੀਕਲ ਹੋਇਆ, ਪੂਰੀ ਗੱਲ ਕੀ ਸੀ? ਸਰ ਫਰਵਰੀ 15 'ਚ ਪੋਸਟ ਆਈ ਸੀ ਇਹ BSF ਦੀ, ਅਤੇ SSC ਸਿਲੈਕਸ਼ਨ ਕਰਦੀ ਸੀ ਉਹ ਟਾਈਮ, ਹੁਣ ਵੀ ਕਰਦੀ ਹੈ। ਅਤੇ ਉਦੋਂ ਇਹ ਫਿਜ਼ੀਕਲ ਪਹਿਲਾਂ ਲਿਆ ਕਰਦੇ ਸਰ, ਅਤੇ ਸਾਡਾ 15 'ਚ ਫਿਜ਼ੀਕਲ ਹੋਇਆ ਸੀ। ਇਹ 10 ਜੁਲਾਈ ਨੂੰ ਮੇਰਾ ਹੋਇਆ ਅਤੇ ਉਸ ਤੋਂ ਬਾਅਦ ਇਹ 4 ਅਕਤੂਬਰ ਨੂੰ ਮੇਰਾ ਰਿਟਨ ਹੋਇਆ ਸੀ। ਅਤੇ ਮੈਨੂੰ ਸਰ ਪੜ੍ਹੇ ਲਿਖੇ ਬੰਦੇ ਕਹਿਣ ਲੱਗ ਗਏ, ਕਹਿੰਦੇ ਵੀ ਪਿੰਡੋਂ, ਕਹਿੰਦੇ ਵੀ ਤੂੰ ਇੱਧਰ ਤੇਰਾ ਇਹ ਹੋ ਗਿਆ, ਸਿਲੈਕਸ਼ਨ ਹੋ ਗਈ, ਤੂੰ ਇਹ ਪੜ੍ਹਾਈ ਸ਼ੁਰੂ ਕਰ। ਮੈਂ ਪਹਿਲਾਂ ਕਾਰਪੈਂਟਰ ਦਾ ਕੰਮ ਕੀਤਾ ਸਰ 10 ਸਾਲ, ਅਤੇ ਫਿਰ ਮੈਂ ਪਟਿਆਲੇ ਲੱਗ ਗਿਆ ਸਰ ਪੜ੍ਹਨ, ਅਤੇ ਉੱਥੇ ਮੈਂ ITI ਕਰ ਰਿਹਾ ਸੀ ਕਾਰਪੈਂਟਰ ਦੀ, ਕਿਉਂਕਿ ਕਾਰਪੈਂਟਰ ਦਾ ਮੈਂ 10 ਸਾਲ ਕੰਮ ਕੀਤਾ ਸੀ। ਮੈਨੂੰ ਐਂ ਦੀ ਵੀ ਅੱਗੇ ਜਾ ਕੇ ਮੇਰੀ ਪ੍ਰਮੋਸ਼ਨ ਹੋ ਜੂ, ਮੈਨੂੰ ਜਿਵੇਂ ਵੀ ਜਾਣਕਾਰ ਬੰਦਿਆਂ ਨੇ ਦੱਸਿਆ। ਅਤੇ ਉੱਥੋਂ ਸਰ ਮੈਂ ਆ ਰਿਹਾ ਸੀ, ਉਦੋਂ ਮੇਰਾ ਇਹ ਐਕਸੀਡੈਂਟ ਹੋ ਗਿਆ। ਇਹ 11 ਮਈ 16 ਨੂੰ ਹੋਇਆ ਜੀ। ਅਤੇ ਮੈਡੀਕਲ ਅਸਲ 'ਚ ਇਹ ਬਾਅਦ 'ਚੋਂ ਲੈਂਦੇ ਨੇ, BSF ਵਾਲੇ 1.5-2 ਸਾਲ ਲਾ ਦਿੰਦੇ ਨੇ ਜਾਣ ਨੂੰ, ਅਤੇ ਐਵੇਂ ਮੇਰਾ ਵਿੱਚ ਰਹਿ ਗਿਆ ਜੀ। ਫਿਰ ਕੀ ਹੋਇਆ ਸੀ, ਕਿਸ ਤਰ੍ਹਾਂ ਦੁਰਘਟਨਾ ਹੋਈ, ਉਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ, ਤੁਸੀਂ ਕਾਹਦੇ ਤੇ ਸੀ? ਸਰ ਅਸਲ 'ਚ ਬੱਸ 'ਚ ਬੈਠਾ ਸੀ ਮੈਂ, PRTC 'ਚ ਪਾਸ ਸੀ ਮੇਰੇ ਕੋਲ, ਮੈਂ ਕਾਲਜ ਪੜ੍ਹਦਾ ਸੀ ਅਤੇ ਆ ਰਿਹਾ ਸੀ ਰਹਿਤਵਾਰ ਕਾਲਜ ਅੱਗੇ ਨਾ ਇੱਕ ਮੋੜ ਆ ਥੋੜ੍ਹਾ ਜਿਹਾ, ਉੱਥੇ ਸਰ ਬੱਸ ਮੁੜਨ ਲੱਗੇ ਬਾਇਆ ਲੈਂਦੀ ਆ ਥੋੜ੍ਹਾ ਜਿਹਾ, ਅਤੇ 2 PRTC ਆਪਸ ਵਿੱਚ ਟਕਰਾ ਗਈਆਂ।
ਉਦੋਂ ਅਸਲ 'ਚ ਇਹ ਬਠਿੰਡਾ ਟੂ ਚੰਡੀਗੜ੍ਹ ਰੋਡ ਬਣ ਰਿਹਾ ਸੀ ਵੱਡਾ ਜੀ, ਤੇ ਉੱਥੇ ਦੁਰਘਟਨਾ ਹੋ ਗਈ ਜੀ ਇਹ। ਉਹਦੇ ਕਰਕੇ ਇਹ ਦਿੱਕਤ ਆ ਗਈ ਮੈਨੂੰ। ਕੂਣੀ ਬਹੁਤ ਜ਼ਿਆਦਾ ਖਰਾਬ ਹੋਣ ਕਰਕੇ ਜਦੋਂ ਮੈਨੂੰ ਉਹ ਪੀਜੀਆਈ ਲੈ ਗਏ ਜੀ, ਫਿਰ ਉੱਥੇ ਮੇਰਾ ਜੋੜ ਕੱਢਣਾ ਪੈ ਗਿਆ। ਉਹ ਡਾਕਟਰ ਕਹਿੰਦੇ ਵੀ ਜੇ ਤੇਰੀ ਮਤਲਬ ਇੱਥੋਂ ਵੱਧ ਬਚਾਤੀ ਇਹ ਇਨਫੈਕਸ਼ਨ ਹੋ ਕੇ ਕੋਈ ਪ੍ਰੋਬਲਮ ਨਾ ਤੈਨੂੰ ਆ ਜੇ, ਤਾਂ ਕਰਕੇ ਸਰ ਜੋੜ ਕੱਢਤਾ ਉਹਨਾਂ ਨੇ ਮੇਰਾ, ਤੇ ਬਚੀ ਨਹੀਂ ਫਿਰ ਸਾਹਿਬ ਬਾਂਹ। ਕਿੰਨਾ ਟਾਈਮ ਤੁਸੀਂ ਥੋੜਾ ਇਲਾਜ ਚੱਲਿਆ, ਕਿੰਨਾ ਟਾਈਮ ਮੰਜੇ ਤੇ ਰਹੇ ਤੁਸੀਂ? ਸਰ ਮੈਂ 25-27 ਦਿਨ ਮੈਂ ਪੀਜੀਆਈ ਲਾ ਕੇ ਆਇਆ, ਫਿਰ ਵੀ ਮੈਂ 2-4 ਮਹੀਨੇ ਮਤਲਬ ਰਿਹਾ ਘਰੇ ਰੈਸਟ ਕੀਤੀ, ਤੇ ਫਿਰ ਹੌਲੀ ਹੌਲੀ ਗਰਾਊਂਡ ਜਾ ਕੇ ਤੁਰਨਾ ਸ਼ੁਰੂ ਕੀਤਾ, ਫਿਰ ਹੌਲੀ ਹੌਲੀ ਜੋਗਿੰਗ ਸ਼ੁਰੂ ਕੀਤੀ, ਫਿਰ ਦੁਬਾਰੇ ਮਤਲਬ ਮੈਨੂੰ ਸੋਚਿਆ ਵੀ ਇਹੀ ਫੀਲਡ ਆ ਮੇਰਾ ਰਨਿੰਗ ਦਾ, ਤੇ ਮੈਂ ਰਨਿੰਗ 'ਚ ਫਿਰ ਆ ਗਿਆ ਜੀ ਮੈਂ ਦੁਬਾਰੇ। ਪਵਿੱਤਰ, ਐਡੇ ਵੱਡੀ ਦੁਰਘਟਨਾ ਹੋਈ ਹੋਵੇ, ਬੰਦੇ ਦਾ ਵੈਸੇ ਹੀ ਦਿਲ ਟੁੱਟ ਜਾਂਦਾ, ਹੌਸਲੇ ਟੁੱਟ ਜਾਂਦੇ ਨੇ, ਕਿਉਂਕਿ ਇੱਕ ਪਾਸੇ ਸਰਕਾਰੀ ਨੌਕਰੀ ਤੁਹਾਨੂੰ ਮਿਲ ਚੁੱਕੀ ਸੀ, ਲਗਭਗ ਤੈਅ ਹੀ ਸੀ ਸਾਰੀ, ਜਦੋਂ ਸਾਰਾ ਕੁਝ ਹੋ ਗਿਆ ਸੀ, ਐਨ ਮੌਕੇ ਦੇ ਉੱਤੇ ਆ ਕੇ ਤੁਹਾਡੇ ਨਾਲ ਇਦਾਂ ਦੀ ਦੁਰਘਟਨਾ ਹੋਈ ਤੇ ਜਿਹੜਾ ਤੁਹਾਡੇ ਨਾਲ ਇਹ ਭਾਣਾ ਵਾਪਰ ਗਿਆ ਨਾ, ਹੌਸਲੇ ਟੁੱਟ ਜਾਂਦੇ। ਤੁਹਾਨੂੰ ਕਿਸ ਤਰ੍ਹਾਂ ਫਿਰ ਇਹ ਹੌਸਲਾ ਆਇਆ, ਜਾਂ ਕਿਹਨੇ ਪ੍ਰੇਰਿਤ ਕੀਤਾ ਵੀ ਹਾਂ ਤੂੰ ਇੱਧਰਲੇ ਪਾਸੇ ਧਿਆਨ ਦੇ, ਜਾਂ ਜਿਹੜੀ ਤੇਰੀ ਐਨਰਜੀ ਹੈ ਉਹਨੂੰ ਇੱਧਰ ਲਗਾ? ਸਰ ਪ੍ਰੇਰਿਤ ਤਾਂ ਇੱਕ ਅੰਕਲ ਨੇ, ਪੜ੍ਹੇ ਲਿਖੇ ਨੇ ਸਾਡੇ, ਤੇ ਸਾਡੇ ਪਿੰਡ 'ਚੋਂ ਸਾਰੇ 'ਚੋਂ ਪੜ੍ਹੇ ਲਿਖੇ ਨੇ, ਸਾਰੇ ਬੰਦੇ ਮੇਰੇ ਪਤਾ ਲੈਣ ਆਏ, ਮਤਲਬ ਪਿੰਡਾਂ 'ਚ ਕੀ ਆ, ਬੁੜੀਆਂ ਆਉਂਦੀਆਂ ਨੇ ਪਤਾ ਲੈਣ ਵੀ ਚਲੋ ਵੀ ਫਲਾਣੇ ਦਾ ਦੇਖ ਕੇ ਆਨੇ, ਪਤਾ ਕਰਦੇ ਆ, ਤੇ ਉਹ ਸਾਰੇ ਪਤਾ ਲੈਣ ਆਏ, ਤੇ ਉਹਨਾਂ ਨੇ ਇੱਕ ਅਲੱਗ ਗੱਲ ਕਹੀ। ਉਹ ਸਾਰੇ ਆ ਕੇ ਕਹਿੰਦੇ ਤੇ ਵੀ ਤੇਰਾ ਕੀ ਬਣੂਗਾ ਯਾਰ, ਬਹੁਤ ਔਖਾ ਹੋ ਗਿਆ ਤੈਨੂੰ ਤਾਂ, ਹੈ ਨਾ ਜੀ। ਤੇ ਸਰ ਜਿਹੜਾ ਉਹ ਪੜ੍ਹਿਆ ਲਿਖਿਆ ਬੰਦਾ ਸੀ, ਉਹ ਇੱਕ ਅਲੱਗ ਗੱਲ ਕਹਿ ਕੇ ਗਿਆ, ਕਹਿੰਦਾ ਜੋ ਤੂੰ ਕਰੇਂਗਾ ਉਹ ਅਸੀਂ ਨਹੀਂ ਕਰ ਸਕਦੇ। ਉਹ ਮੇਰੇ ਹੁਣ ਯਾਦ ਆ ਜਾਂਦੀ ਹੈ ਕਈ ਵਾਰ ਗੱਲ, ਵੀ ਮੈਂ ਅਲੱਗ ਹੈਗਾ, ਸੱਚੀ ਅਲੱਗ ਆ। ਤੇ ਉਹ ਫਿਰ ਉਦੋਂ ਮੈਨੂੰ ਪਤਾ ਸੀ ਸਰ ਪੈਰਾਂ ਦੀਆਂ ਖੇਡਾਂ ਹੁੰਦੀਆਂ ਨੇ ਇੱਕ ਅਲੱਗ, ਤੇ ਫਿਰ ਮੈਂ ਸਰ ਗਰਾਊਂਡ ਜਾਣਾ ਸ਼ੁਰੂ ਕੀਤਾ, ਨੌਲੇਜ ਲਈ ਇਕੱਠੀ ਕੀਤੀ, ਹੈ ਨਾ। ਜਿਹੜੀ ਮੈਂ ਭਰਤੀ ਦੇਖੀ ਹੈ ਸਰ, ਉਹ ਤਾਂ ਮੈਂ ਪਹਾਂ 'ਚ ਭੱਜ ਕੇ ਦੇਖੀ ਹੋਈ ਹੈ, ਮਤਲਬ ਨੋਰਮਲ ਤੀ ਮੈਂ, ਉਹ ਤੋਂ ਬਾਅਦ ਤਿਆਰੀ ਕੀਤੀ ਆ ਮੈਂ ਸਾਰੀ, ਜਿਹੜੀ ਮਤਲਬ ਮੇਰੀ ਐਥਲੈਟਿਕ ਦਾ ਫੀਲਡ ਆ ਉਹ ਬਾਅਦ 'ਚੋਂ ਬਣਿਆ ਮੇਰਾ ਜੀ। ਤੇ ਫਿਰ ਮੈਂ ਅੱਗੇ ਉਰੇ ਵੀ ਤਿਆਰੀ ਕੀਤੀ, ਫਿਰ ਪਟਿਆਲੇ ਵੀ ਮੈਂ ਤਿਆਰੀ ਕੀਤੀ, ਫਿਰ ਹੌਲੀ ਹੌਲੀ ਮੇਰਾ ਫਰਕ ਪੈ ਗਿਆ ਜੀ, ਵਧੀਆ ਹੋ ਗਿਆ। ਕਿੱਥੇ ਤੱਕ ਤੁਸੀਂ ਖੇਡ ਕੇ ਆਏ ਹੋ? ਕਿਹੜੇ ਮੈਡਲ ਹਾਸਿਲ ਕੀਤੇ, ਕਿੰਨੇ ਮੈਡਲ ਹਾਸਿਲ ਕੀਤੇ? ਸਰ ਉਰੇ ਪੰਜਾਬ ਲੈਵਲ ਦੀਆਂ ਕਾਫੀ ਖੇਡਾਂ ਦੇ ਮੇਰੇ ਕੋਲ ਪਏ ਨੇ ਜੀ, ਸਰਟੀਫਿਕੇਟ ਮੈਡਲ ਪਏ ਨੇ, ਤੇ ਇਹ ਮੈਂ ਓਪਨ 'ਚ ਲੜੇ ਨੇ ਸਾਰੇ ਕੰਪੀਟੀਸ਼ਨ। ਮੇਰੇ ਕੋਟੇ ਦਾ ਕੰਪੀਟੀਸ਼ਨ ਫਿਲਹਾਲ ਪੰਜਾਬ ਲੈਵਲ ਤੇ ਸਾਡੀ ਸਿਲੈਕਸ਼ਨ ਹੋਈ ਤੀ, ਉਰੇ ਫਰੀਦਕੋਟ ਸਾਡੇ ਟ੍ਰਾਇਲ ਹੋਏ ਤੇ, ਉਹਨਾਂ ਨੇ ਸਾਨੂੰ ਪੰਜਾਬ ਟੀਮ 'ਚ ਲੈ ਲਿਆ। ਮੇਰਾ T46 ਕੋਟਾ ਬਣਦਾ ਜੀ ਅਸਲ 'ਚ, ਉਹ 'ਚ ਫਿਰ ਮੈਂ ਭੱਜਦਾ 400 ਮੀਟਰ ਮੇਰਾ ਇਵੈਂਟ ਆ ਜੀ, ਤੇ ਉਹਨਾਂ ਨੇ ਸਿਲੈਕਸ਼ਨ ਕਰ ਲਈ ਸਾਡੀ ਪੰਜਾਬ ਟੀਮ 'ਚ, ਉਹ ਅਸੀਂ ਬੈਂਗਲੌਰ ਲਾ ਕੇ ਆਏ ਹਾਂ, ਤੇ ਬੈਂਗਲੌਰ ਮੇਰੀ ਨੈਸ਼ਨਲ ਲੱਗੀ ਆ। ਤੇ ਇਸ ਤੋਂ ਪਹਿਲਾਂ ਜਿਹੜਾ ਤੁਸੀਂ ਸਰ ਉਰੇ ਦੀ ਗੱਲ ਕਰ ਰਹੇ ਹੋ, ਉਰੇ ਮੈਂ ਓਪਨ 'ਚ ਲੜੇ ਨੇ ਕੰਪੀਟੀਸ਼ਨ। ਉਰੇ ਸਰ ਕਾਫੀ ਮੇਰੇ ਕੋਲ ਹੈਗੇ ਨੇ ਮੈਡਲ, ਜਿਹੜੇ ਓਪਨ 'ਚ ਮੈਂ ਲੜੇ ਨੇ। ਮੈਂ ਉਹਨਾਂ 'ਚ ਹੈਂਡੀਕੈਪਟ ਹੁੰਦਾ ਸੀ, ਉਹਨਾਂ 'ਚੋਂ ਕਈ 골ਡ ਮੈਡਲ ਜਿੱਤੇ ਨੇ ਮੈਂ ਹੈਂਡੀਕੈਪਟ ਹੁੰਦਾ ਸੀ, ਤੇ ਉਹ ਮਤਲਬ ਨੋਰਮਲ ਤੇ। ਬਾਕੀ ਸਾਰੇ ਬਾਹਾਂ ਵਾਲੇ ਭੱਜਦੇ, ਤੁਸੀਂ ਇਕੱਲੇ ਉਹਦੇ ਬਿਨਾਂ ਇੱਕ ਬਾਹਾਂ ਵਾਲੇ ਭੱਜਦੇ ਹੁੰਦੇ ਸੀ, ਉਹਨਾਂ 'ਚ ਵੀ ਤੁਸੀਂ ਕਿਹੜੇ ਸਥਾਨ ਹਾਸਿਲ ਕੀਤੇ? ਉਹਨਾਂ 'ਚੋਂ ਸਰ ਕਈ ਮੇਰੇ ਕੋਲ 골ਡ ਮੈਡਲ ਹੈਗੇ ਨੇ, ਦੂਜੇ ਸਥਾਨ, ਤੀਜੇ। ਇਹ ਦੇਖੋ ਸਰ ਮੇਰਾ ਬੈਲੈਂਸ ਨਹੀਂ ਹੈਗਾ ਭੱਜਣ ਦਾ, ਮੇਰਾ ਬੈਲੈਂਸ ਪਹਿਲਾਂ ਜਮੀ ਨਹੀਂ ਸੀ, ਮੇਰਾ ਹੁਣ ਬੈਲੈਂਸ ਬਣ ਗਿਆ। ਮੈਂ ਸਕੈਟ ਵਗੈਰਾ ਲਾਉਣਾ, ਕਾਫੀ ਤਰ੍ਹਾਂ ਦੀਆਂ ਮੈਂ ਅਲੱਗ-ਅਲੱਗ ਐਕਸਰਸਾਈਜ਼ਾਂ ਕਰਦਾ ਹਾਰਡ, ਤੇ ਉਹਦੇ ਸਰ ਫਿਰ ਹੁਣ ਮੇਰਾ ਫਰਕ ਪੈ ਗਿਆ ਬਹੁਤ ਜ਼ਿਆਦਾ। ਤੇ ਪਹਿਲਾਂ ਜਦੋਂ ਮੈਂ ਭੱਜਣਾ ਸ਼ੁਰੂ ਕੀਤਾ ਮੇਰਾ ਬੈਲੈਂਸ ਹੀ ਨਹੀਂ ਸੀ, ਮੈਂ ਹਿੱਲ ਜਾਂਦਾ ਸੀ ਸਰ, ਜੇ ਮੇਰੇ ਭੱਜੇ ਜਾਂਦੇ ਤੇ ਕੋਈ ਅੱਗੇ ਆ ਗਿਆ, ਮੈਂ ਗਿਰਨ ਵਾਲਾ ਵੀ ਮੇਰਾ ਖਤਰਾ ਹੁੰਦਾ ਸੀ, ਮੈਂ ਬਹੁਤ ਜ਼ਿਆਦਾ ਹਿੱਲ ਜਾਂਦਾ ਸੀ। ਤੇ ਹੁਣ ਮੇਰਾ ਬੈਲੈਂਸ ਬਣ ਗਿਆ, ਪਾਵਰ ਪੈ ਗਈ ਸਰੀਰ 'ਚ, ਹੁਣ ਮੈਂ ਹੋਰ ਵੀ ਅੱਗੇ ਤਿਆਰੀ ਕਰ ਰਿਹਾ ਚਲੋ। ਤੇ ਜਿਹੜੇ ਉਹ ਕੰਪੀਟੀਸ਼ਨ ਮੈਂ ਲਾਏ ਨੇ, ਮਤਲਬ ਓਪਨ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ, ਉਹ ਸਰ ਮੈਂ ਬਸ ਮੈਂ ਅਸਲ 'ਚ ਸਿੱਖਣਾ ਚਾਹੁੰਦਾ ਸੀ ਵੀ ਜੇ ਮੈਂ ਪਿੱਛੇ ਵੀ ਰਹਿ ਗਿਆ ਤਾਂ ਵੀ ਕੋਈ ਗੱਲ ਨਹੀਂ, ਮੈਨੂੰ ਅੱਗੇ ਲਈ ਉਹ ਮਿਲੂਗੀ ਪ੍ਰੇਰਨਾ, ਹੈ ਨਾ, ਵੀ ਇੱਕ ਗੱਲ ਤਾਂ ਹੋਊਗੀ ਉਹ, ਤਾਂ ਕਰਕੇ ਮੈਂ ਖੜ ਜਾਂਦਾ ਸੀ ਵਿੱਚ ਜਾ ਕੇ ਜੀ, ਔਰ ਲਾਏ ਨੇ ਸਰ। ਤੇ ਜਿਹੜਾ ਘਰ ਦੇ ਹਾਲਾਤਾਂ ਦੀ ਗੱਲ ਕਰੀ, ਕਿਸ ਤਰ੍ਹਾਂ ਦੇ ਘਰ ਦੇ ਹਾਲਾਤ ਨੇ? ਘਰ 'ਚ ਕਿੰਨੇ ਜੀ ਨੇ, ਕੌਣ ਕਮਾਉਣ ਵਾਲਾ? ਘਰ 'ਚ ਸਰ ਡੈਡੀ ਉਹ ਕਮਾਉਂਦੇ ਨੇ, ਤੇ ਡੈਡੀ ਲੇਬਰ ਕਰਦੇ ਨੇ, ਤੇ ਬਸ ਸਰ ਬਾਕੀ ਤਾਂ ਅਸੀਂ ਖਾਂਦੇ ਹੀ ਹਾਂ। ਤੇ ਇੱਕ ਸਿਸਟਰ ਮੇਰੀ ਅਨਮੈਰਿਡ ਆ, ਇੱਕ ਦੀ ਵਿਆਹ ਕੀਤਾ ਸੀ ਅਸੀਂ ਪਹਿਲਾਂ, ਤੇ ਬਾਕੀ ਤਾਂ ਕੋਈ ਕਮਾਉਣ ਵਾਲਾ ਹੈ ਨਹੀਂ ਜੀ, ਡੈਡੀ ਕਮਾਉਣ ਵਾਲੇ ਨੇ ਇਕੱਲੇ। ਜਿਸ ਤਰ੍ਹਾਂ ਕਿ ਪਵਿੱਤਰ ਤੁਸੀਂ ਇੰਨੇ ਮੈਡਲ ਹਾਸਿਲ ਕੀਤੇ, ਇੰਨੇ ਪੋਜੀਸ਼ਨ ਹਾਸਿਲ ਕੀਤੀਆਂ, ਕੀ ਪ੍ਰਸ਼ਾਸਨ ਨੇ ਜਾਂ ਮੌਜੂਦਾ ਸਰਕਾਰਾਂ ਨੇ ਤੁਹਾਡੀ ਕਦੇ ਕੋਈ ਸਾਰ ਨਹੀਂ ਲਈ, ਕਦੇ ਤੁਹਾਨੂੰ ਆ ਕੇ ਪੁੱਛਿਆ ਨਹੀਂ, ਜਾਂ ਤੁਸੀਂ ਕਿਸੇ ਦਾ ਕੋਈ ਪਹੁੰਚ ਨਹੀਂ ਕੀਤੀ ਵੀ ਮੇਰੇ ਆਹ ਮੈਡਲ ਨੇ ਜਾਂ ਮੇਰੀ ਆਹ ਸਥਿਤੀ ਹੈ, ਮੈਨੂੰ ਕੋਈ ਬਣਦਾ ਮਾਣ ਸਨਮਾਨ ਦਿੱਤਾ ਜਾਵੇ? ਸਰ ਕਈ ਵਾਰ ਕਿਹਾ ਜੀ, ਮਤਲਬ ਤਕਰੀਬਨ ਸਾਰੀਆਂ ਪਾਰਟੀਆਂ ਵਾਲਿਆਂ ਨੂੰ ਕਿਹਾ, ਤੇ ਫਿਲਹਾਲ ਹੋਇਆ ਤਾਂ ਨਹੀਂ ਜੀ ਕੁਛ। ਕਈ ਵਾਰ ਬੇਨਤੀ ਕਾਫੀ ਵਾਰ ਕੀਤੀ ਆ, ਹੁਣ ਵੀ ਕਰਦੇ ਰਹਿੰਦੇ ਆ ਜਿੱਥੇ ਵੀ ਮਿਲ ਜਾਣ, ਤੇ ਐਪਲੀਕੇਸ਼ਨ ਵੀ ਕਾਫੀ ਵਾਰ ਦਿੱਤੀ ਆ ਵੀ ਕਿਤੇ ਨਾ ਕਿਤੇ। ਮੈਂ ਸਰ
ਸੋਚਿਆ ਵੀ ਚਲੋ ਮੇਰਾ ਕਿਤੇ ਨਾ ਕਿਤੇ ਕੁਝ 5-7 ਹਜ਼ਾਰ ਤੇ ਹੋ ਜੇ, ਮੇਰੀ ਡਾਈਟ ਡੂਟ ਚੱਲ ਜੇ। ਔਰ ਫੀਲਡ ਤਾਂ ਮੇਰਾ ਇੱਕ ਹੈ, ਇਹ ਮੈਂ ਇਹਦੇ 'ਚ ਕਰੂੰਗਾ, ਮੈਂ ਇੱਕੋ ਚੀਜ਼ ਸੋਚੀ ਹੋਈ ਆ ਵੀ ਆਹ ਕਰੂੰਗਾ ਬਸ। ਤੇ ਮੈਨੂੰ ਹੈਗੀ ਆ ਪ੍ਰੋਬਲਮ ਸਰ, ਪਰ ਮੈਨੂੰ ਐਵੇਂ ਆ ਵੀ ਬਸ ਮੈਂ ਕਰੂੰਗਾ। ਬਿਲਕੁਲ ਇਹ ਸੀ ਸਾਡੇ ਨਾਲ ਪਵਿੱਤਰ, ਜਿਹਨੇ ਸਾਰੀ ਆਪਣੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉਹਦੀ ਸਿਲੈਕਸ਼ਨ ਹੋਈ, ਕਿਸ ਤਰ੍ਹਾਂ ਉਹਦੇ ਨਾਲ ਦੁਰਘਟਨਾ ਹੋਈ ਤੇ ਕਿਸ ਤਰ੍ਹਾਂ ਉਹਨੇ ਦੁਬਾਰਾ ਜਿਹੜੀ ਐਥਲੈਟਿਕ ਸ਼ੁਰੂ ਕੀਤੀ। ਸਾਡੇ ਪਵਿੱਤਰ ਦੇ ਮਾਤਾ ਨੇ, ਇਹਨਾਂ ਨਾਲ ਵੀ ਗੱਲ ਕਰਦੇ ਆ। ਕੀ ਨਾਮ ਮਾਤਾ ਜੀ? ਮੈਨੂੰ ਤਾਂ ਵੀਰੇ ਕਰਨੀ ਵੀ ਨਹੀਂ ਆਉਂਦੀ ਗੱਲ। ਮੈਂ ਤਾਂ ਵੀਰੇ ਇਹੀ ਕਹਿੰਦੀ ਮੇਰਾ ਮੁੰਡਾ ਰੋਟੀ ਦੇ ਟਾਹੇ ਲੱਗ ਜੇ ਚੱਲ। ਮੇਰੇ ਤਾਂ ਨਹੀਂ ਵੀਰੇ ਹੁੰਦੀ ਗੱਲ। ਤੁਸੀਂ ਮਾਤਾ ਜੀ, ਜਦੋਂ ਅਜਿਹੇ ਨੌਜਵਾਨਾਂ ਦਾ ਜਦੋਂ ਐਕਸੀਡੈਂਟ ਹੋ ਜਾਂਦਾ ਹੈ, ਉਹ ਪੁੱਠੇ ਰਾਹ ਤੇ ਤੁਰ ਪੈਂਦੇ ਨੇ, ਨਸ਼ਿਆਂ ਵੱਲੋਂ ਹੋ ਜਾਂਦੇ ਨੇ, ਕਿੰਨੀ ਕੁ ਖੁਸ਼ੀ ਹੁੰਦੀ ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਮੁੰਡੇ ਨੇ ਜਿਹੜਾ ਮੈਡਲ ਹਾਸਿਲ ਕੀਤਾ? ਇਹ ਤਾਂ ਵੀਰੇ ਖੁਸ਼ੀ ਹੁੰਦੀ ਆ ਜਦੋਂ ਜਿੱਤ ਕੇ ਆਉਂਦਾ ਵੀ ਚੱਲ ਕੁਝ ਬਣੂਗਾ ਇਹਦਾ। ਉਹ ਤਾਂ ਇਹ ਸੋਚਦੇ ਵੀ ਚੱਲ ਕੁਝ ਦੇਖੋ ਕੁਝ ਬਣ ਜੇ। ਹੁਣ ਰੱਬ ਦੀ ਮਰਜ਼ੀ ਹੈ ਜੀ, ਤੁਹਾਡੀ ਕਰਨ ਵਾਲਿਆਂ ਦੀ। ਪਰ ਜਿਸ ਤਰ੍ਹਾਂ ਦੇਖੋ ਨੌਜਵਾਨ ਮੁੰਡਾ ਬਾਂਹ ਚਲੀ ਗਈ, ਤਾਂ ਵੀਰੇ ਬਹੁਤ ਦੁੱਖ ਕੱਟਿਆ, ਬਹੁਤ ਦੁੱਖ ਕੱਟੇ ਇਹਦੇ ਬਾਰੇ। ਹੁਣ ਵੀ ਦੇਖੀ ਜਾਂਦੇ ਇਹਦੇ ਕਨੀ ਵੀ ਇੱਕ ਮੁੰਡਾ ਸੀ, ਮੇਰੇ ਤਾਂ 2 ਕੁੜੀਆਂ ਨੇ। ਹੁਣ ਰੱਬ ਦੀ ਮਰਜ਼ੀ ਆ। ਅਸੀਂ ਤਾਂ ਹੀ ਬਸ ਵੀਰੇ ਸਰੀਰ 'ਚ ਜਾਨ ਬਣੀ ਰਹੀ ਉਦੋਂ ਦੀ ਇਹਦੇ ਕਨੀ ਦੇਖ ਦੇਖ ਕੇ ਬਸ। ਕੀ ਸਰਕਾਰ ਨੇ ਕਦੇ ਕੋਈ ਸਾਰ ਨਹੀਂ ਲਈ ਆ ਕੇ ਤੁਹਾਡੇ ਪਰਿਵਾਰ ਦੇ? ਨਾ ਸਾਡੇ ਕੋਈ ਨਹੀਂ ਆਇਆ ਹੈਗਾ ਵੀਰੇ। ਵੋਟਾਂ ਲੈਣ ਦਾ ਬਥੇਰੇ ਆ ਜਾਂਦੇ ਨੇ, ਉਹ ਨਹੀਂ ਸਾਡੇ ਕਦੇ ਕੋਈ ਆਇਆ ਬਈ ਤੁਹਾਡੇ ਵਾਰੀ ਇੱਕ ਜਵਾਕ ਆ ਤੁਹਾਡੇ, ਤੁਸੀਂ ਵੀ ਕਰੀਏ ਤੁਹਾਡਾ ਕੁਛ। ਨਾ ਸਾਡੇ ਵਾਰੀ ਕੋਈ ਨਹੀਂ ਆਇਆ ਹੈਗਾ। ਆ ਵੋਟਾਂ ਦਾ ਬਥੇਰੇ ਆ ਜਾਣਗੇ ਹੁਣ ਵੀ। ਹੁਣ ਉਹ ਨਹੀਂ ਸਾਡੀ ਸਾਰ ਲਈ ਕਿਸੇ ਨੇ ਵੀ। ਨਾ ਜਦੋਂ ਜਿਹੜੇ ਟਾਈਮ ਦੇ ਸੱਟ ਲੱਗਿਆ, ਨਾ ਸਾਨੂੰ ਉਦੋਂ ਕਿਸੇ ਨੇ ਕਿਹਾ ਵੀ ਭਾਈ ਤੁਹਾਡੇ ਸੱਟ ਲੱਗੀ ਚਲੋ ਕੁਛ ਦਈਏ ਤੁਹਾਨੂੰ। ਨਾ ਕਿਸੇ ਪਿੰਡ ਦੇ, ਨਾ ਕਿਸੇ ਸਰਪੰਚ ਨੇ, ਨਾ ਕਿਸੇ ਨੇ ਸਾਡੀ ਸਾਰ ਨਹੀਂ ਲਈ ਹੈਗੀ ਕਿਸੇ ਨੇ ਵੀ। ਮਾਤਾ ਜੀ, ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਪਰਿਵਾਰ ਜਿਹੜੇ ਮੁਖੀ ਹੁੰਦੇ ਨੇ ਉਹਨਾਂ ਦੇ ਉੱਤੇ ਸਾਰੀ ਜ਼ਿੰਮੇਵਾਰੀ ਆ ਜਾਂਦੀ ਹੈ ਨਾ। ਆ ਜਾਂਦੀ ਹੈ ਵੀਰੇ। ਜੇਕਰ ਗੱਲ ਕਰੀਏ ਤੇ ਜਿਵੇਂ ਦਵਾਈ ਦਾ ਖਰਚਾ ਹੋਇਆ ਜਾਂ ਉਦੋਂ ਘਰ ਦੇ ਖਰਚਾ, ਕਿਸ ਤਰ੍ਹਾਂ ਫਿਰ ਸਾਰਾ ਉਹਨੂੰ ਕੀਤਾ? ਕਿਸ ਤਰ੍ਹਾਂ ਕੀ ਕਿਸੇ ਤੋਂ ਪੈਸੇ ਕਰਜ਼ੇ ਤੇ ਲਿੱਤੇ ਜਾਂ ਕੋਈ ਜ਼ਮੀਨ ਵੇਚੀ, ਘਰ ਵੇਚਿਆ, ਕਿਸ ਤਰ੍ਹਾਂ ਕੀਤਾ ਜੀ? ਘਰੇ ਆ ਵੀਰੇ ਸਾਡੇ ਤਾਂ ਗਰੀਬਾਂ ਦੇ ਜ਼ਮੀਨ ਤਾਂ ਕਿਹੜੀ ਦੇ ਬਸ ਅਸੀਂ ਲਏ ਵੀਰੇ ਧਾਰੇ ਨਗਦ ਵਿਆਜ ਤੇ ਵੀ ਲਏ, ਫਿਰ ਇਲਾਜ ਕਰਾਇਆ ਮੁੰਡੇ ਦਾ। ਕੋਈ ਟੂਮ ਟਾਕੀ ਦੀ ਘਰੇ ਉਹ ਵੀ ਵੇਚੀ ਫਿਰ ਸਾਨੇ ਮੌਕੇ ਤੇ, ਤਾਂ ਕਰਕੇ ਸਾਂਭਿਆ ਫਿਰ ਇਹ ਮੌਕੇ ਤੇ। ਨਹੀਂ ਉਹ ਕਿਸੇ ਨੇ ਨਹੀਂ ਸਾਨੂੰ ਉਹ ਕਰਿਆ ਹੈਗਾ। ਕੀ ਮੰਗ ਕਰਦੇ ਹੋ ਹੁਣ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ, ਕੀ ਹੋਣਾ ਚਾਹੀਦਾ? ਚੱਲ ਇਆਂ ਵੀਰੇ ਇਹਦੀ ਜ਼ਿੰਦਗੀ ਬਣੂ ਤਾਂ ਸਾਡੇ ਵਰਗੇ ਵੀ ਇਹਦੇ ਹੱਥਾਂ ਕਨੀਓ ਦੇਖਣਗੇ। ਹੁਣ ਗਾਹਾਂ ਗਾਹਾਂ ਕਿੰਨਾ ਕੁ ਕਰਕੇ ਖਾਈ ਜਾਵਾਂਗੇ ਅਸੀਂ। ਅਸੀਂ ਤਾਂ ਇਸੇ ਕਨੀਓ ਦੇਖ ਰਹੇ ਵੀਰੇ, ਚੱਲ ਆਪਦੀ ਜ਼ਿੰਦਗੀ ਬਣ ਜੇ ਇਹਦੀ, ਤੁਹਾਡੇ ਹੱਥੀ ਪੈਰੀ ਬਣਾ ਦਿਓ ਇਹਦਾ ਕੁਛ। ਬਿਲਕੁਲ ਇਹ ਸੀ ਪਵਿੱਤਰ, ਜਿਨੇ 골ਡ ਮੈਡਲ ਜਿੱਤੇ, ਦੁਰਘਟਨਾ ਹੋਈ, ਹੌਸਲਾ ਨਹੀਂ ਹਾਰਿਆ, ਹੌਸਲੇ ਬਲਕਿ ਹੋਰ ਬੁਲੰਦ ਕੀਤੇ, ਐਥਲੈਟਿਕ ਸ਼ੁਰੂ ਕੀਤੀ ਤੇ 골ਡ ਮੈਡਲ ਜਿੱਤੇ। ਪਰ ਉਸ ਤੋਂ ਬਾਅਦ ਵੀ ਸਰਕਾਰਾਂ ਵੱਲੋਂ ਕਿਸੇ ਤਰ੍ਹਾਂ ਦੀ ਇਸ ਨੌਜਵਾਨ ਦੀ ਸਾਰ ਨਹੀਂ ਲਈ ਗਈ। ਨੌਜਵਾਨ ਦੇ ਮਾਤਾ ਦਾ ਕਹਿਣਾ ਹੈ ਕਿ ਜਦੋਂ ਇਸ ਦਾ ਐਕਸੀਡੈਂਟ ਹੋਇਆ ਸੀ, ਅਸੀਂ ਉਦੋਂ ਵੀ ਜਿਹੜਾ ਕਰਜ਼ਾ ਚੱਕ ਕੇ ਦਾ ਇਲਾਜ ਕਰਵਾਇਆ, ਜੋ ਸਾਡੇ ਕੋਲ ਸੋਨਾ ਸੀ ਉਹ ਵੀ ਵੇਚਿਆ, ਪਰ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਕੋਈ ਸਾਡੀ ਸਾਰ ਨਹੀਂ ਲਈ ਗਈ। ਦਵਾਈਆਂ ਦਾ ਵੀ ਤੱਕ ਵੀ ਕੋਈ ਜਿਹੜਾ ਖਰਚਾ ਹੈ ਉਹ ਨਹੀਂ ਕਿਸੇ ਨੇ ਸਾਡੇ ਤੱਕ ਉਟਿਆ, ਉਹ ਵੀ ਜਿਹੜਾ ਸਾਨੂੰ ਆਪ ਕਰਨਾ ਪਿਆ। ਸਰਕਾਰ ਨੂੰ ਚਾਹੀਦਾ ਕਿ ਅਜਿਹੇ ਨੌਜਵਾਨਾਂ ਦੀ ਬਾਂਹ ਫੜਨ, ਕਿਉਂਕਿ ਹੌਸਲੇ ਮਜ਼ਬੂਤ ਨੇ ਇਸ ਨੌਜਵਾਨ ਦੇ। ਜਿਸ ਤਰ੍ਹਾਂ ਕਿ ਦੁਰਘਟਨਾ ਹੋਈ, ਅਜੇ ਬਹੁਤੇ ਨੌਜਵਾਨ ਇਦਾਂ ਦੇ ਹੁੰਦੇ ਨੇ ਜਿਹੜੇ ਦਿਲ ਤੋੜ ਬੈਠਦੇ ਨੇ, ਹੌਸਲੇ ਹਾਰ ਜਾਂਦੇ ਨੇ, ਪੁੱਠੇ ਰਾਹਾਂ ਤੇ ਪੈ ਜਾਂਦੇ ਨੇ, ਨਸ਼ਿਆਂ ਵੱਲ ਨੂੰ ਤੁਰ ਪੈਂਦੇ ਨੇ ਜਾਂ ਹੋਰ ਕੋਈ ਗਲਤ ਰਸਤੇ ਚੁਣ ਲੈਂਦੇ ਨੇ। ਪਰ ਇਸ ਨੌਜਵਾਨ ਨੇ ਜਿਹੜੇ ਆਪਣੀ એનર્ਜੀ ਹੈ ਉਸ ਨੂੰ ਇੱਕ ਸਹੀ ਜਗ੍ਹਾ ਦੇ ਉੱਤੇ ਲਗਾਇਆ ਤੇ 골ਡ ਮੈਡਲ ਹਾਸਿਲ ਕੀਤੇ, ਦੇਸ਼ ਦਾ, ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਉਸ ਤੋਂ ਹੁਣ ਨੌਜਵਾਨ ਨੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾਇਆ। ਹੁਣ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਅਜੇ ਨੌਜਵਾਨਾਂ ਦੀ ਬਾਂਹ ਫੜਨ ਤਾਂ ਜੋ ਇਹਨਾਂ ਦੇ ਹੌਸਲੇ ਹੋਰ ਮਜ਼ਬੂਤ ਹੋ ਸਕਣ, ਜਾਂ ਇਹਨਾਂ ਨੂੰ ਦੇਖ ਕੇ ਜਿਹੜੇ ਦੂਸਰੇ ਨੌਜਵਾਨ ਨੇ ਉਹਨਾਂ ਦੇ ਹੌਸਲੇ ਜਿਹੜੇ ਮਜ਼ਬੂਤ ਹੋ ਸਕਣ ਤੇ ਖੇਡਾਂ ਵੱਲ ਨੂੰ ਹੋਰ ਉਤਸ਼ਾਹੀ ਹੋਣ। ਕੈਮਰਾਮੈਨ ਪ੍ਰਿੰਸ ਦੇ ਨਾਲ ਰਜੇਸ਼ ਕੋਹਲੀ, ਜਗਬਾਣੀ ਟੀਵੀ, ਸੰਗਰੂਰ।